ਡੀਅਰ ਸਟੂਡੈਂਟਸ, ਅੱਜ ਅਸੀਂ ਕਲਾਸ 8th ਦੇ ਸਬਜੈਕਟ ਸਾਇੰਸ ਦਾ ਚੈਪਟਰ ਨੰਬਰ 8 ਸੈੱਲ ਕਾਰਜ ਅਤੇ ਬਣਤਰ ਕਰਨ ਜਾ ਰਹੇ। ਸਾਡਾ ਅੱਜ ਦਾ ਟੌਪਿਕ ਹੈ ਸੈੱਲ ਦੇ ਭਾਗ। ਠੀਕ ਹੈ, ਤੇ ਸਾਡਾ ਸੈੱਲ ਦਾ ਭਾਗ ਹੈ ਸੈੱਲ ਦਰਵ। ਅਸੀਂ ਸੈੱਲ ਝਿੱਲੀ ਜਿਹੜੀ ਆ ਉਹ ਪਹਿਲੀ ਵੀਡੀਓ ਵਿੱਚ ਕਰ ਚੁੱਕੇ ਹਾਂ। ਠੀਕ ਹੈ, ਦੂਜਾ ਭਾਗ ਆ, ਦੇਖੋ ਇਹ ਇੱਕ ਜੈਲੀ ਵਰਗਾ ਪਦਾਰਥ ਹੁੰਦਾ ਹੈ ਜੋ ਸੈੱਲ ਝਿੱਲੀ ਅਤੇ ਕੇਂਦਰਕ ਦੇ ਵਿਚਕਾਰ ਭਰਿਆ ਹੁੰਦਾ ਹੈ। ਸੈੱਲ ਦੇ ਬਾਕੀ ਸੰਗਠਕ ਅਤੇ ਨਿੱਕੜੇ ਅੰਗ ਸੈੱਲ ਦਰਵ ਵਿੱਚ ਹੀ ਪਾਏ ਜਾਂਦੇ ਹਨ। ਉਹ ਨਿੱਕੜੇ ਅੰਗ ਹਨ ਮਾਈਟੋਕੌਂਡਰੀਆ, ਗੋਲਜ਼ੀਕਾ, ਰਾਈਬੋਸੋਮ। ਤੁਸੀਂ ਇਹਨਾਂ ਬਾਰੇ ਅਗਲੀਆਂ ਕਲਾਸਾਂ ਵਿੱਚ ਪੜ੍ਹੋਗੇ। ਓਕੇ ਬੱਚੇ, ਸੈੱਲ ਦਾ ਜਿਹੜਾ ਇਹ ਪਦਾਰਥ ਆ ਸੈੱਲ ਦਰਵ, ਇਹ ਜੈਲੀ ਵਰਗਾ ਪਦਾਰਥ ਹੁੰਦਾ ਅਤੇ ਸੈੱਲ ਦੇ ਵਿਚਕਾਰ ਭਰਿਆ ਹੁੰਦਾ ਹੈ। ਦੇਖੋ ਜਿਵੇਂ ਤੁਹਾਨੂੰ ਇਹ ਪਿਕਚਰ 'ਚ ਨਜ਼ਰ ਆ ਰਿਹਾ ਆ, ਸੈੱਲ ਦਰਵ ਕੀ ਹੈ, ਜਿਹੜਾ ਵਿਚਲਾ ਹਿੱਸਾ ਆ। ਠੀਕ ਹੈ, ਸੈੱਲ ਦੇ ਵਿੱਚ ਭਰਿਆ ਹੋਇਆ ਹੈ ਅਤੇ ਸੈੱਲ ਦੇ ਜਿਹੜੇ ਬਹੁਤ ਸਾਰੇ ਪਦਾਰਥ ਆ ਇਹਦੇ ਵਿੱਚ ਪਏ ਹੁੰਦੇ ਹਨ, ਜਿਹਨੂੰ ਅਸੀਂ ਕੀ ਕਹਿੰਦੇ ਹਾਂ, ਸੈੱਲ ਦਰਵ। ਠੀਕ ਹੈ, ਨੈਕਸਟ ਦੇਖੋ ਕੇਂਦਰਕ। ਸਜੀਵ ਸੈੱਲ ਦਾ ਇਹ ਇੱਕ ਮਹੱਤਵਪੂਰਨ ਅੰਸ਼ ਹੈ। ਆਮ ਤੌਰ 'ਤੇ ਇਹ ਗੋਲਾਕਾਰ ਹੁੰਦਾ ਹੈ ਅਤੇ ਸੈੱਲ ਦੇ ਮੱਧ ਵਿੱਚ ਸਥਿਤ ਹੁੰਦਾ ਹੈ। ਇਸ ਨੂੰ ਸੂਖਮਦਰਸ਼ੀ ਵਿੱਚ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ। ਕੇਂਦਰਕ ਬਾਹਰੋਂ ਇੱਕ ਝਿੱਲੀ ਨਾਲ ਘਿਰਿਆ ਹੁੰਦਾ ਹੈ ਜਿਸ ਨੂੰ ਕੇਂਦਰਕ ਝਿੱਲੀ ਕਹਿੰਦੇ ਹਨ। ਇਹ ਝਿੱਲੀ ਕੇਂਦਰਕ ਨੂੰ ਸੈੱਲ ਦਰਵ ਨਾਲੋਂ ਅਲੱਗ ਰੱਖਦੀ ਹੈ। ਇਹ ਝਿੱਲੀ ਵੀ ਮੁਸਾਮਦਾਰ ਹੁੰਦੀ ਹੈ ਅਤੇ ਸੈੱਲ ਦਰਵ ਅਤੇ ਕੇਂਦਰਕ ਦੇ ਵਿਚਕਾਰ ਪਦਾਰਥਾਂ ਦੇ ਆਦਾਨ ਪ੍ਰਦਾਨ ਨੂੰ ਕੰਟਰੋਲ ਕਰਦੀ ਹੈ। ਓਕੇ, ਕੇਂਦਰਕ ਕੀ ਆ, ਇੱਕ ਸੈੱਲ ਦਾ ਭਾਗ ਆ, ਇਹ ਉਹਦਾ ਮਹੱਤਵਪੂਰਨ ਅੰਸ਼ ਹੁੰਦਾ ਆ ਅਤੇ ਇਹ ਗੋਲਾਕਾਰ ਜਿਹੜੇ ਆਕਾਰ ਦਾ ਹੁੰਦਾ ਆ ਅਤੇ ਇਹ ਸੈੱਲ ਦੇ ਬਿਲਕੁਲ ਮੱਧ ਵਿੱਚ ਸਥਿਤ ਹੁੰਦਾ ਹੈ। ਅਤੇ ਜਦੋਂ ਅਸੀਂ ਸੂਖਮਦਰਸ਼ੀ ਨਾਲ ਦੇਖਦੇ ਹਾਂ ਸੈੱਲ ਨੂੰ, ਠੀਕ ਹੈ, ਸੈੱਲ ਦਾ ਅਧਿਐਨ ਕਰਦੇ ਹਾਂ ਅਤੇ ਇਸ ਨੂੰ ਆਸਾਨੀ ਨਾਲ ਅਸੀਂ ਸੂਖਮਦਰਸ਼ੀ ਦੀ ਮਦਦ ਨਾਲ ਦੇਖ ਸਕਦੇ ਹਾਂ। ਅਤੇ ਜਿਹੜਾ ਇਹ ਕੇਂਦਰਕ ਹੁੰਦਾ, ਬਾਹਰੋਂ ਇੱਕ ਪਰਤ ਨਾਲ ਘਿਰਿਆ ਹੁੰਦਾ ਜਿਸ ਨੂੰ ਅਸੀਂ ਕਹਿੰਦੇ ਹਾਂ ਕੇਂਦਰਕ ਝਿੱਲੀ। ਠੀਕ ਹੈ, ਇਹ ਵੀ ਮੁਸਾਮਦਾਰ ਹੁੰਦੀ ਆ ਜੋ ਪਦਾਰਥਾਂ ਦੇ ਆਦਾਨ ਪ੍ਰਦਾਨ ਵਿੱਚ ਕੰਮ ਕਰਦੀ ਹੈ। ਦੇਖੋ ਕੇਂਦਰਕ ਆ ਅਤੇ ਉਹਦੇ ਬਾਹਰ ਜਿਹੜੀ ਤੁਹਾਨੂੰ ਕਾਲੇ ਰੰਗ ਦੀ ਛੋਟੀ ਇੱਕ ਲੇਅਰ ਪਰਤ ਨਜ਼ਰ ਆ ਰਹੀ ਹੈ ਉਹਨੂੰ ਕਹਿੰਦੇ ਆ ਕੇਂਦਰਕ ਝਿੱਲੀ। ਨੈਕਸਟ ਦੇਖੋ, ਵੱਧ ਦਰਸ਼ਨ ਸਮਰੱਥਾ ਵਾਲੇ ਸੂਖਮਦਰਸ਼ੀ ਵਿੱਚ ਵੇਖਣ 'ਤੇ ਸਾਨੂੰ ਕੇਂਦਰਕ ਵਿੱਚ ਇੱਕ ਛੋਟੀ ਸੰਘਣੀ ਸੰਰਚਨਾ ਦਿਖਾਈ ਦਿੰਦੀ ਹੈ। ਇਸ ਨੂੰ ਨਿਊਕਲੀਓਲਸ ਕਹਿੰਦੇ ਹਨ। ਇਸ ਤੋਂ ਬਿਨਾਂ ਕੇਂਦਰਕ ਵਿੱਚ ਧਾਗੇ ਵਰਗੀਆਂ ਸੰਰਚਨਾਵਾਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਕ੍ਰੋਮੋਸੋਮ ਜਾਂ ਗਣਸੂਤਰ ਕਹਿੰਦੇ ਹਨ। ਇਹਨਾਂ ਵਿੱਚ ਜੀਨਸ ਹੁੰਦੇ ਹਨ ਜੋ ਅਣੂਵੰਸ਼ਿਕ ਗੁਣਾਂ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਸਥਾਨਾਂਤਰਿਤ ਕਰਦੇ ਹਨ, ਜਣਕਾਂ ਤੋਂ ਸੰਤਾਨ ਵਿੱਚ ਸਥਾਨਾਂਤਰਿਤ ਕਰਦੇ ਹਨ। ਗਣਸੂਤਰ ਸੈੱਲ ਵਿਭਾਜਨ ਸਮੇਂ ਹੀ ਦਿਖਾਈ ਦਿੰਦੇ ਹਨ। ਓਕੇ, ਦੇਖੋ ਜਦੋਂ ਅਸੀਂ ਸੂਖਮਦਰਸ਼ੀ ਦੀ ਸਹਾਇਤਾ ਨਾਲ ਦੇਖਦੇ ਹਾਂ ਕੇਂਦਰਕ ਨੂੰ, ਅਤੇ ਉਹਦੇ ਵਿੱਚ ਵੀ ਸਾਨੂੰ ਇੱਕ ਸੰਘਣੀ ਰਚਨਾ ਦਿਖਾਈ ਦਿੰਦੀ ਹੈ ਜਿਹਨੂੰ ਅਸੀਂ ਕੀ ਕਹਿੰਦੇ ਹਾਂ, ਨਿਊਕਲੀਓਲਸ। ਠੀਕ ਹੈ, ਅਤੇ ਉੱਥੇ ਸਾਨੂੰ ਧਾਗੇ ਵਰਗੀਆਂ ਰਚਨਾ ਵੀ ਦਿਖਾਈ ਦਿੰਦੀਆਂ ਹਨ। ਉਹ ਧਾਗੇ ਵਰਗੀਆਂ ਰਚਨਾ ਨੂੰ ਕ੍ਰੋਮੋਸੋਮ ਜਾਂ ਗਣਸੂਤਰ ਕਿਹਾ ਜਾਂਦਾ ਆ। ਠੀਕ ਹੈ, ਅਤੇ ਇਹਨਾਂ ਵਿੱਚ ਕੀ ਹੁੰਦੇ ਆ, ਜੀਨਸ ਹੁੰਦੀਆਂ ਨੇ। ਜੀਨਸ ਕੀ ਹੁੰਦੀਆਂ ਨੇ, ਉਹ ਪੀੜ੍ਹੀ ਦਰ ਪੀੜ੍ਹੀ ਜਿਹੜੀਆਂ ਆ ਉਹ ਟਰਾਂਸਫਰ ਹੁੰਦੀਆਂ ਰਹਿੰਦੀਆਂ ਨੇ। ਠੀਕ ਹੈ, ਸਥਾਨਾਂਤਰਿਤ ਹੁੰਦੀਆਂ ਰਹਿੰਦੀਆਂ ਨੇ। ਦੇਖੋ ਜੀਨਸ ਕੀ ਹੁੰਦੀਆਂ ਨੇ, ਜੀਨਸ ਜੀਵਾਂ ਵਿੱਚ ਅਣੂਵੰਸ਼ਿਕ ਗੁਣਾਂ ਦੀ ਇਕਾਈ ਹੈ। ਇਹ ਜਣਕ ਤੋਂ ਸੰਤਾਨ ਵਿੱਚ ਅਣੂਵੰਸ਼ਿਕ ਗੁਣਾਂ ਦੇ ਸਥਾਨ ਅੰਤਰਨ ਨੂੰ ਕੰਟਰੋਲ ਵਿੱਚ ਰੱਖਦੇ ਹਨ। ਇਸ ਦਾ ਭਾਵ ਹੈ ਕਿ ਤੁਹਾਡੇ ਮਾਤਾ ਪਿਤਾ ਦੇ ਕੁਝ ਗੁਣ ਉਹਨਾਂ ਤੋਂ ਤੁਹਾਨੂੰ ਪ੍ਰਾਪਤ ਹੋਏ ਹਨ। ਜੇਕਰ ਤੁਹਾਡੇ ਪਿਤਾ ਜੀ ਦੀਆਂ ਅੱਖਾਂ ਦਾ ਰੰਗ ਭੂਰਾ ਹੈ ਤਾਂ ਸੰਭਵ ਹੈ ਕਿ ਤੁਹਾਡੀਆਂ ਅੱਖਾਂ ਦਾ ਰੰਗ ਵੀ ਭੂਰਾ ਹੋਵੇ। ਜੇਕਰ ਤੁਹਾਡੀ ਮਾਤਾ ਜੀ ਦੇ ਵਾਲ ਘੁੰਗਰਾਲੇ ਹਨ ਤਾਂ ਤੁਹਾਡੇ ਵਾਲ ਵੀ ਘੁੰਗਰਾਲੇ ਹੋ ਸਕਦੇ ਹਨ। ਪਰੰਤੂ ਜਣਕਾਂ ਤੋਂ ਪ੍ਰਾਪਤ ਭਿੰਨ ਲੱਛਣਾਂ ਵਾਲੇ ਜੀਨਾਂ ਦੇ ਸੰਯੋਗ ਕਾਰਨ ਲੱਛਣ ਭਿੰਨ ਵੀ ਹੋ ਸਕਦੇ ਹਨ। ਜੀਨਸ ਕੀ ਹੁੰਦੀਆਂ ਨੇ ਜੀ, ਜਿਹੜੀਆਂ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੀਆਂ ਰਹਿੰਦੀਆਂ ਹਨ ਅਤੇ ਇਹਨਾਂ ਤੋਂ ਸਾਨੂੰ ਜਿਹੜੇ ਸਰੀਰ ਦੇ ਗੁਣ ਹੁੰਦੇ ਆ, ਉਹ ਜਿਵੇਂ ਸਾਡਾ ਸਰੀਰ ਦੀ ਲੰਬਾਈ ਹੋ ਗਈ, ਸਰੀਰ ਦਾ ਰੰਗ ਆ, ਉਹ ਸਾਡੀਆਂ ਜੀਨਸ 'ਤੇ ਨਿਰਭਰ ਕਰਦਾ ਜੋ ਸਾਨੂੰ ਸਾਡੇ ਮਾਤਾ ਪਿਤਾ ਤੋਂ ਮਿਲਦੀਆਂ ਨੇ। ਠੀਕ ਹੈ, ਇਸ ਕਰਕੇ ਸਾਡੇ ਜਿਹੜੇ ਕੁਝ ਲੱਛਣ ਆ ਉਹ ਪਿਤਾ ਅਤੇ ਮਾਤਾ ਦੇ ਨਾਲ ਮਿਲਦੇ ਹੁੰਦੇ ਹਨ ਅਤੇ ਹੋ ਵੀ ਸਕਦਾ ਆ ਕਿ ਨਾ ਮਿਲਣ, ਕਿਉਂਕਿ ਜਿਹੜੀਆਂ ਜੀਨਸ ਆ ਉਹ ਸੰਯੋਗ ਦੇ ਕਾਰਨ ਬਣਦੀਆਂ ਨੇ। ਠੀਕ ਹੈ, ਜੀਨਾਂ ਦਾ ਸੰਯੋਗ ਹੁੰਦਾ ਆ ਅਤੇ ਫਿਰ ਅੱਗੇ ਜਿਹੜੇ ਆ ਲੱਛਣ ਜਿਹੜੇ ਉਹ ਭਿੰਨ ਵੀ ਹੋ ਸਕਦੇ ਆ, ਕਿਉਂਕਿ ਜਿਹੜੇ ਜੀਨਾਂ ਦੇ ਸੰਯੋਗ ਆ ਉਹ ਵੀ ਭਿੰਨ ਹੋ ਸਕਦੇ ਆ। ਨੈਕਸਟ ਦੇਖੋ, ਅਣੂਵੰਸ਼ਿਕ ਗੁਣਾਂ ਦੇ ਸਥਾਨਾਂਤਰਨ ਤੋਂ ਇਲਾਵਾ ਕੇਂਦਰਕ ਸੈੱਲ ਅੰਦਰ ਹੋਣ ਵਾਲੀਆਂ ਪ੍ਰਕਿਰਿਆਵਾਂ 'ਤੇ ਵੀ ਕੰਟਰੋਲ ਕਰਦਾ ਹੈ। ਠੀਕ ਹੈ, ਕੇਂਦਰਕ ਕੀ ਕਰਦਾ ਆ, ਇਹਨਾਂ ਗੁਣਾਂ ਤੋਂ ਇਲਾਵਾ ਜਿਹੜੇ ਸੈੱਲ ਦੇ ਅੰਦਰ ਪ੍ਰਕਿਰਿਆਵਾਂ ਹੁੰਦੀਆਂ ਉਹਨਾਂ ਨੂੰ ਵੀ ਕੰਟਰੋਲ ਵਿੱਚ ਰੱਖਦਾ ਆ। ਅਤੇ ਸਜੀਵ ਸੈੱਲ ਦੇ ਸਾਰੇ ਸੰਗਠਕਾਂ ਨੂੰ ਇਕੱਠੇ ਤੌਰ 'ਤੇ ਪ੍ਰੋਟੋਪਲਾਜ਼ਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਵਿੱਚ ਸੈੱਲ ਦਰਵ ਅਤੇ ਕੇਂਦਰਕ ਦਰਵ ਦੋਨੋਂ ਸ਼ਾਮਲ ਹਨ। ਪ੍ਰੋਟੋਪਲਾਜ਼ਮ ਸੈੱਲ ਦਾ ਜੀਵਿਤ ਪਦਾਰਥ ਕਹਾਉਂਦਾ ਹੈ ਅਤੇ ਸੈੱਲ ਦੇ ਜਿੰਨੇ ਵੀ ਸੰਗਠਕ ਆ ਉਹਨਾਂ ਨੂੰ ਹੀ ਇਕੱਠੇ ਤੌਰ
ਤੌਰ ਤੇ ਕਿਹੜਾ ਨਾਂ ਨਾਲ ਜਾਣਦੇ ਆ, ਪ੍ਰੋਟੋਪਲਾਜ਼ਮ। ਇਹਦੇ ਵਿੱਚ ਸੈੱਲ ਦਰਵ ਕੇਂਦਰਕ ਜਿਹੜੇ ਆ ਉਹ ਦੋਨੋਂ ਹੀ ਆਉਂਦੇ ਆ, ਠੀਕ ਹੈ। ਤੇ ਪ੍ਰੋਟੋਪਲਾਜ਼ਮ ਕੀ ਆ, ਇੱਕ ਸੈੱਲ ਦਾ ਜੀਵਿਤ ਪਦਾਰਥ ਹੁੰਦਾ ਹੈ ਜਿਸ ਨੂੰ ਅਸੀਂ ਪ੍ਰੋਟੋਪਲਾਜ਼ਮ ਕਹਿੰਦੇ ਹਾਂ, ਠੀਕ ਹੈ। ਸਜੀਵ ਸੈੱਲ ਦੇ ਜਿਹੜੇ ਸੰਗਠਕ ਵਿੱਚ ਸਾਰੇ ਹੀ ਆ ਰਹੇ ਨੇ, ਜਿਵੇਂ ਹੋ ਗਿਆ ਮਾਈਟੋਕੌਂਡਰੀਆ, ਰਾਈਬੋਸੋਮਸ, ਠੀਕ ਹੈ। ਇਹ ਸਾਰੇ ਕੀ ਆ, ਇਹਨਾਂ ਨੂੰ ਹੀ ਇਕੱਠੇ ਤੌਰ ਤੇ ਕੀ ਕਹਿੰਦੇ ਆ, ਪ੍ਰੋਟੋਪਲਾਜ਼ਮ। ਨੈਕਸਟ ਦੇਖੋ, ਇੱਕ ਕੁਐਸਚਨ ਪਹੇਲੀ ਜਾਣਨਾ ਚਾਹੁੰਦੀ ਹੈ ਕਿ ਪੌਦਿਆਂ, ਜੰਤੂਆਂ, ਜੀਵਾਣੂਆਂ ਦੇ ਸੈੱਲਾਂ ਵਿਚਲੇ ਕੇਂਦਰਕਾਂ ਦੀ ਸੰਰਚਨਾ ਇੱਕ ਸਮਾਨ ਹੁੰਦੀ ਹੈ, ਠੀਕ ਹੈ। ਅਸੀਂ ਹੁਣ ਦੇਖਾਂਗੇ ਕਿ ਜਿਹੜੇ ਜੰਤੂ, ਪੌਦੇ, ਜੀਵਾਣੂ ਹੋ ਗਏ, ਜਿਵੇਂ ਹਰੀ ਨੀਲੀ ਕਾਈ ਜਾਂ ਵਾਇਰਸ, ਬੈਕਟੀਰੀਆ, ਕੀ ਇਹਨਾਂ ਦੇ ਜਿਹੜੇ ਕੇਂਦਰਕ ਹੁੰਦੇ ਆ ਇੱਕੋ ਜਿਹੇ ਹੁੰਦੇ ਨੇ। ਜੀਵਾਣੂ ਸੈੱਲ ਦਾ ਕੇਂਦਰਕ ਬਹੁਸੈਲੀ ਜੀਵਾਂ ਦੇ ਕੇਂਦਰਕ ਦੀ ਤਰ੍ਹਾਂ ਸੰਗਠਿਤ ਨਹੀਂ ਹੁੰਦਾ, ਇਸ ਵਿੱਚ ਕੇਂਦਰਕ ਝਿੱਲੀ ਨਹੀਂ ਹੁੰਦੀ। ਅਜਿਹਾ ਸੈੱਲ ਜਿਨ੍ਹਾਂ ਵਿੱਚ ਕੇਂਦਰਕ ਦਰਵ ਕੇਂਦਰਕ ਝਿੱਲੀ ਤੋਂ ਰਹਿਤ ਹੁੰਦਾ ਉਸ ਨੂੰ ਪ੍ਰੋਕੈਰੀਓਟਿਕ ਸੈੱਲ ਕਹਾਉਂਦਾ ਹੈ। ਇਸ ਕਿਸਮ ਦੇ ਸੈੱਲਾਂ ਵਾਲੇ ਜੀਵ ਪ੍ਰੋਕੈਰੀਓਟਿਸ ਕਹਾਉਂਦੇ ਹਨ। ਉਹਨਾਂ ਨੇ ਕਿਹਾ ਹੈ ਕਿ ਜਿਹੜੇ ਜੀਵਾਣੂ ਸੈੱਲ ਹੁੰਦੇ ਆ, ਜੀਵਾਣੂ ਸੈੱਲ ਮਤਲਬ ਇੱਕ ਸੈਲੀ ਜੀਵ ਹੋ ਗਏ, ਵਾਇਰਸ, ਬੈਕਟੀਰੀਆ, ਉਹਨਾਂ ਦਾ ਜਿਹੜਾ ਕੇਂਦਰਕ ਹੁੰਦਾ ਆ ਉਹ ਜਿਹੜੇ ਬਹੁਸੈਲੀ ਜੀਵਾਂ ਨਾਲੋਂ ਵੱਖਰਾ ਹੁੰਦਾ ਹੈ। ਬਹੁਸੈਲੀ ਜੀਵ ਜਿਵੇਂ ਪੌਦੇ, ਮਨੁੱਖ, ਜਾਨਵਰ, ਠੀਕ ਹੈ, ਇਹ ਜ਼ਿਆਦਾ ਸੈੱਲਾਂ ਤੋਂ ਬਣੇ ਹੁੰਦੇ ਹਨ, ਇਸ ਕਰਕੇ ਇਹਨਾਂ ਨੂੰ ਬਹੁਸੈਲੀ ਕਿਹਾ ਜਾਂਦਾ ਹੈ। ਅਤੇ ਇਹਨਾਂ ਦੇ ਜਿਹੜਾ ਜੀਵਾਣੂ ਹੁੰਦੇ ਆ ਉਹਨਾਂ ਦੇ ਕੇਂਦਰਕ ਦੇ ਬਾਹਰ ਕੀ ਇੱਕ ਪਰਤ ਨਹੀਂ ਹੁੰਦੀ ਜਿਹਨੂੰ ਅਸੀਂ ਕੇਂਦਰਕ ਝਿੱਲੀ ਕਹਿੰਦੇ ਆ, ਉਹ ਮੌਜੂਦ ਨਹੀਂ ਹੁੰਦੀ, ਇਸ ਕਰਕੇ ਉਹਨਾਂ ਦੇ ਸੈੱਲ ਨੂੰ ਪ੍ਰੋਕੈਰੀਓਟਿਕ ਸੈੱਲ ਕਿਹਾ ਜਾਂਦਾ ਹੈ ਅਤੇ ਅਜਿਹੇ ਜੀਵਾਂ ਨੂੰ ਪ੍ਰੋਕੈਰੀਓਟਸ ਕਿਹਾ ਜਾਂਦਾ ਹੈ। ਅਤੇ ਜਿਹੜੇ ਬਹੁਸੈਲੀ ਜੀਵ ਹੁੰਦੇ ਹਨ, ਯਾਨੀ ਕਿ ਇੱਕ ਸੈੱਲ ਤੋਂ ਜਿਨ੍ਹਾਂ ਵਿੱਚ ਇੱਕ ਤੋਂ ਜ਼ਿਆਦਾ ਸੈੱਲ ਹੁੰਦੇ ਹਨ, ਠੀਕ ਹੈ, ਇੱਕ ਤੋਂ ਜ਼ਿਆਦਾ ਸੈੱਲਾਂ ਦੇ ਬਣੇ ਹੁੰਦੇ ਹਨ, ਉਹਨਾਂ ਦੇ ਜਿਹੜੇ ਕੇਂਦਰਕ ਮੌਜੂਦ ਹੁੰਦਾ ਹੈ ਸੈੱਲਾਂ ਵਿੱਚ, ਉਸ ਦੇ ਦੁਆਲੇ ਕੇਂਦਰਕ ਝਿੱਲੀ ਮੌਜੂਦ ਹੁੰਦੀ ਹੈ, ਇਸ ਕਰਕੇ ਉਹਨਾਂ ਸੈੱਲਾਂ ਨੂੰ ਯੂਕੈਰੀਓਟਿਕ ਸੈੱਲ ਕਿਹਾ ਜਾਂਦਾ ਹੈ ਅਤੇ ਅਜਿਹੇ ਜੀਵਾਂ ਨੂੰ ਯੂਕੈਰੀਓਟਸ ਕਿਹਾ ਜਾਂਦਾ ਹੈ, ਜਿਵੇਂ ਮਨੁੱਖ ਅਤੇ ਜਾਨਵਰ ਆਦਿ। ਥੈਂਕ ਯੂ।